ਸਨਸ਼ਾਈਨ ਕੈਬਸ ਦੇ ਮੈਨੇਜਰ ਗੁਰਦੀਪ ਸਿੰਘ ਸਹੋਤਾ ਅੱਜ ਦੱਸਣਗੇ ਉਹ ਬਾਉਂਡਰੀਜ਼ ਖ਼ਤਮ ਕਰਨ ਲਈ ਹੋਰ ਕੀ ਉਪਰਾਲੇ ਕਰ ਰਹੇ ਨੇ। ਹੁਣ ਕੈਬਸ ਦੀਆਂ ਬਾਉਂਡਰੀਜ਼ ਨੇ, ਉਹਨਾਂ ਦੀਆਂ ਹੱਦਾਂ ਮਹਦੂਦ ਕੀਤੀਆਂ ਹੋਈਆਂ ਨੇ ਕਿ ਕਿੱਥੋਂ ਤੁਸੀਂ ਚੱਕ ਸਕਦੇ ਹੋ ਪੈਸੇਂਜਰ, ਕਿੱਥੇ ਡਰੋਪ ਕਰ ਸਕਦੇ ਹੋ, ਕਿੱਥੋਂ ਨਹੀਂ ਚੱਕ ਸਕਦੇ। ਉਹਨਾਂ ਦੇ ਵਿੱਚ ਇਹ ਵੀ ਹੈ, ਜੇ ਕੋਈ ਸਰੀ ਦਾ ਫਰਜ਼ ਕਰੋ ਟੈਕਸੀ ਚਾਲਕ ਵੈਂਕੂਵਰ ਦੀ ਸਵਾਰੀ ਚੱਕ ਸਕਦਾ ਤਾਂ ਉਹ ਲੈ ਕੇ ਜਾ ਸਕਦਾ ਹੈ, ਲੇਕਿਨ ਉੱਥੋਂ ਵੈਂਕੂਵਰ ਦੀ ਸਵਾਰੀ ਜੇ ਕੋਈ ਉਹਨੂੰ ਮਿਲਦੀ ਵੀ ਹੋਵੇ ਸਰੀ ਆਉਣ ਲਈ, ਉਹ ਚੁੱਕ ਨਹੀਂ ਸਕਦਾ ਕਿਉਂਕਿ ਬਾਉਂਡਰੀਜ਼ ਸੀਮਤ ਨੇ। ਗੁਰਦੀਪ ਸਿੰਘ ਸਹੋਤਾ ਕੀ ਚਾਹੁੰਦੇ ਨੇ? ਸਹੋਤਾ ਸਾਹਿਬ ਜੀ, ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਤਿਕਾਰ ਹੈ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਆਪ ਜੀ ਨੂੰ ਔਰ ਆਪ ਜੀ ਦੇ ਪਿਆਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਨਸੈਪਟ ਹੈ ਬਾਉਂਡਰੀਜ਼ ਖਤਮ ਕਰਨ ਦਾ, ਤੇ ਬਾਉਂਡਰੀਜ਼ ਹੈ ਕੀ ਨੇ? ਭਾਜੀ ਟੈਕਸੀ ਬਾਉਂਡਰੀਜ਼, ਅਸੀਂ ਇੱਕ ਇਹੋ ਜਿਹੇ ਖਿੱਤੇ 'ਚ ਬੈਠੇ ਹਾਂ ਜਿਹੜੀ ਕਿ ਸਾਡੀ ਬਹੁਤ ਵੱਡੀ ਪ੍ਰੋਵਿੰਸ ਵਿੱਚੋਂ ਮੈਟਰੋ ਵੈਨਕੂਵਰ ਦਾ ਜਿਹੜਾ ਰੀਜਨਲ ਡਿਸਟ੍ਰਿਕਟ ਆ, ਇਹ ਇੱਕੋ ਹੀ ਇੱਕ ਰੀਜਨਲ ਡਿਸਟ੍ਰਿਕਟ ਆ ਜਿੱਥੇ ਕਿ ਇੰਟਰਨਲ ਬਾਉਂਡਰੀਜ਼ ਹੈਗੀਆਂ। ਯਾਨੀ ਕਿ ਫੋਰ ਐਗਜ਼ਾਮਪਲ ਜਿੱਦਾਂ ਜੇ ਅਸੀਂ ਹੁਣ ਸਰੀ 'ਚ ਬੈਠੇ ਹਾਂ, ਇੱਥੋਂ ਜਦਾਵ ਜੀ ਨੇ ਦੱਸਿਆ ਵੀ ਜੇ ਸਰੀ ਵਾਲੀ ਕੰਪਨੀ ਦੀ ਕੋਈ ਟੈਕਸੀ ਲੈਟਸ ਸੇ ਨਾਰਥ ਵੈਨਕੂਵਰ ਨੂੰ ਟ੍ਰਿਪ ਲੈ ਕੇ ਜਾਂਦੀ ਆ, ਹਾਰਸਸ਼ੂ ਬੇ ਫੈਰੀ ਦੇ ਫੋਰ ਐਗਜ਼ਾਮਪਲ ਲਾਇਆ ਉਹਨਾਂ ਨੇ, ਉੱਥੇ ਉਹਨਾਂ ਨੂੰ ਖਾਲੀ ਵਾਪਸ ਆਉਣਾ ਪੈਂਦਾ। ਔਰ ਇਸੇ ਤਰ੍ਹਾਂ ਜੇ ਕੋਈ ਵੈਨਕੂਵਰ ਦੀ ਟੈਕਸੀ ਲੈਟਸ ਸੇ ਵਾਈਟ ਰੌਕ ਨੂੰ ਟ੍ਰਿਪ ਲੈ ਕੇ ਜਾਂਦੀ ਆ, ਉਹਨਾਂ ਨੂੰ ਉੱਥੋਂ ਖਾਲੀ ਵਾਪਸ ਜਾਣਾ ਪੈਂਦਾ। ਔਰ ਇਹਦਾ ਨਤੀਜੇ ਨਾਲ ਇਹਦਾ ਰਿਜ਼ਲਟ ਇਹ ਹੈ ਵੀ ਇਹਨੂੰ ਡੈਡ ਹੈਡਿੰਗ ਕਹਿੰਦੇ ਆ। ਔਰ ਉਹਦੇ ਕਰਕੇ ਸਾਡਾ ਜਿਹੜਾ ਟੈਕਸੀ ਬਿਜ਼ਨਸ ਆ ਸਿਰਫ 50% ਦਾ ਟਾਈਮ ਹੀ ਖੁੱਲ੍ਹਾ, ਬਿਕੋਜ਼ ਜਿਹੜੀ ਉਹ ਡੈਡ ਹੈਡਿੰਗ ਟਾਈਮ ਜਿੰਨਾ ਜਾਣ ਨੂੰ ਲੱਗਾ ਉਹਨਾਂ ਜਿਹੜਾ ਵਾਪਸ ਆਉਣ ਦਾ ਟਾਈਮ ਆ, ਉਹ ਤੁਹਾਡਾ ਤੁਸੀਂ ਉਹ 'ਚ ਕੋਈ ਐਕਨੋਮਿਕ ਐਕਟੀਵਿਟੀ ਨਹੀਂ, ਤੁਸੀਂ ਕਿਸੇ ਨੂੰ ਟ੍ਰਿਪ ਨਹੀਂ ਚੱਕ ਸਕਦੇ, ਡਰਾਈਵਰ ਦੀ ਇਨਕਮ ਘੱਟਦੀ ਉਹਦੇ ਨਾਲ, ਔਰ ਉਹਦੇ ਨਾਲ ਕੰਜੈਸ਼ਨ ਵੱਧਦੀ ਆ, ਔਰ GHG ਐਮਿਸ਼ਨਸ ਵੀ ਵੱਧਦੀਆਂ। ਠੀਕ ਹੈ ਨਾ। ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਜਿਹੜੀਆਂ 2500 ਤਕਰੀਬਨ ਜਿਹੜੀ ਟੈਕਸੀਜ਼ ਆ ਉਹਨਾਂ ਨੂੰ ਐਫੀਸ਼ੀਐਂਟਲੀ ਜੇ ਆਪਾਂ ਯੂਟੀਲਾਈਜ਼ ਕਰੀਏ ਤਾਂ ਕਿ ਜਿਹੜੀ ਵੀ ਟੈਕਸੀ ਆ, ਬਾਕੀ ਹੋਰ ਟਰਾਂਸਪੋਰਟੇਸ਼ਨ ਸਰਵਿਸਿਜ਼ ਆ, ਤੁਸੀਂ ਟੂ ਵੇ ਟਰਾਂਸਪੋਰਟ ਹੁੰਦਾ ਜੀ। ਠੀਕ ਹੈ ਨਾ। ਕੋਈ ਵੀ ਜਿਹੜੀ ਟਰਾਂਸਪੋਰਟੇਸ਼ਨ ਸਰਵਿਸ ਆ ਵਨ ਵੇ ਟ੍ਰਿਪਸ ਦੇ ਉੱਤੇ ਸਰਵਾਈਵ ਨਹੀਂ ਕਰ ਸਕਦੀ। ਔਰ ਖਾਸ ਕਰਕੇ ਹੁਣ ਜੋ ਇਕਨੋਮਿਕ ਇੰਪੈਕਟ ਹੋਇਆ COVID-19 ਕਰਕੇ, ਸਾਡੀ ਇੰਡਸਟਰੀ 90% ਗੱਡੀਆਂ ਇਸ ਲਈ ਆਫ ਦ ਰੋਡ ਆ। ਔਰ ਅਸੀਂ ਸਰੀ ਬੋਰਡ ਟ੍ਰੇਡ ਨਾਲ ਕਾਫੀ ਕੰਸਲਟੇਸ਼ਨ ਕੀਤੀ ਵੀ ਜਿਹੜੀ ਰੀਸਟਾਰਟ ਪਲਾਨ ਗਵਰਨਮੈਂਟ ਨੇ ਬਣਾਇਆ। 90% ਗੱਡੀਆਂ ਆਫ ਦ ਰੋਡ? ਆਫ ਦ ਰੋਡ, ਹਾਂਜੀ ਬਿਲਕੁਲ ਜੀ, ਬਿਲਕੁਲ। ਏਅਰਪੋਰਟ ਦਾ ਤਾਂ ਕੰਮ ਤਕਰੀਬਨ ਉੱਕਾ ਹੀ ਖਤਮ ਹੋ ਗਿਆ ਜੀ। ਠੀਕ ਹੈ ਨਾ। ਸੋ ਇਹ ਉੱਥੇ 700 ਸਨਸ਼ਾਈਨ ਗੱਡੀ ਕੈਬ ਆ ਦੇ ਅੰਕੜੇ ਨੇ ਜਾਂ ਕਿ ਸਾਰੀਆਂ ਟੈਕਸੀਆਂ? ਤਕਰੀਬਨ ਸਾਰੀ ਇੰਡਸਟਰੀ ਦੇ, ਕਿਉਂ ਅਸੀਂ ਗੱਲਬਾਤ ਕਰਦੇ ਰਹਿੰਦੇ ਸਾਡੇ ਕੋਲੀਗਸ ਨਾਲ ਜਿਹੜੀ ਹੋਰ ਟੈਕਸੀ ਕੰਪਨੀਜ਼ ਵਿੱਚ ਆ। ਸੋ ਬਹੁਤ ਜ਼ਿਆਦਾ ਇਹਦਾ ਇੰਪੈਕਟ ਹੋਇਆ ਔਰ ਖਰਚੇ ਉੱਥੇ ਦੇ ਉੱਥੇ ਖੜੇ ਆ ਜੀ। ਔਰ ਡਰਾਈਵਰਸ ਨੂੰ ਕੋਈ ਇਨਕਮ ਨਹੀਂ ਹੋ ਰਹੀ, ਕੰਪਨੀਜ਼ ਨੂੰ ਕੋਈ ਇਨਕਮ ਨਹੀਂ ਹੋ ਰਹੀ। ਔਰ ਇਹਨੂੰ ਮਤਲਬ ਦੁਬਾਰਾ ਜਦੋਂ BC ਇਕੋਨਮੀ ਹੁਣ ਰੀਸਟਾਰਟ ਹੋਣੀ ਆ, ਸੋ ਸਾਡੀ ਇਸੇ ਕਰਕੇ ਅਸੀਂ ਪ੍ਰੀਮੀਅਰ ਨੂੰ ਚਿੱਠੀ ਲਿਖਵਾਈ ਆ ਸਰੀ ਬੋਰਡ ਟ੍ਰੇਡ ਨਾਲ ਰਲ ਕੇ ਵੀ ਜੀ ਜਦੋਂ ਅਸੀਂ ਹੁਣ ਇਹ ਪਲਾਨ ਬਣਾ ਰਹੇ ਹਾਂ ਉਹਦੇ ਵਿੱਚ ਜਿਹੜੀਆਂ ਕੋਈ ਰੈੱਡ ਟੇਪ ਹੈਗੀ ਹੈ ਜਿਹੜੀ ਕਿ ਸਾਡੀ ਇੰਡਸਟਰੀ ਨੂੰ ਇਨਹਿਬਿਟ ਕਰਦੀ ਆ, ਉਹਨੂੰ ਸਾਨੂੰ ਹੈਲਪ ਕਰਨ ਲਈ ਇਹ ਬਾਉਂਡਰੀਜ਼ ਜਿਹੜੀਆਂ ਇਹ ਰਿਮੂਵ ਕਰੋ ਤਾਂ ਕਿ ਅਸੀਂ ਲੌਂਗ ਟਰਮ ਜਿਹੜੀ ਵਾਇਬਿਲਿਟੀ ਸਾਡੀ ਇੰਡਸਟਰੀ ਦੀ ਉਹ ਅਸੀਂ ਸਿਕਿਉਰ ਕਰ ਸਕੀਏ। ਸੋ ਗੁਰਦੀਪ ਸਿੰਘ ਸਹੋਤਾ ਜੀ, ਹੁਣ ਟੋਰਾਂਟੋ ਦੇ ਏਅਰਪੋਰਟ 'ਤੇ, ਪੀਅਰਸਨ ਏਅਰਪੋਰਟ ਦੇ ਉੱਤੇ 10 ਟੈਕਸੀ ਚਾਲਕਾਂ ਦੀ ਮੌਤ ਹੋ ਗਈ ਹੈ। ਉਹਨਾਂ 'ਚੋਂ 6 ਦੀ ਤਾਂ ਇਹ ਪੁਸ਼ਟੀ ਹੋ ਗਈ ਸੀ ਕਿ ਕਰੋਨਾ ਵਾਇਰਸ ਨਾ ਹੋਈ ਹੈ, ਜਿਹਦੇ 'ਚ 5 ਭਾਰਤੀ ਨੇ, ਪੰਜਾਬੀ ਨੇ, ਅਤੇ ਬਾਕੀਆਂ ਦੀ ਵੀ ਹੁਣ ਪੁਸ਼ਟੀ ਹੋ ਗਈ ਹੈ ਕਿ ਉਹ ਵੀ ਕਰੋਨਾ ਵਾਇਰਸ ਨਾ ਹੋਈਆਂ ਨੇ। ਕੋਈ ਪ੍ਰਬੰਧ ਕੀਤਾ ਜਾ ਰਿਹਾ ਟੈਕਸੀ ਇੰਡਸਟਰੀ ਦੇ ਵਿੱਚ ਕਿ ਸਾਡੇ ਇੱਥੇ ਵੈਨਕੂਵਰ ਏਅਰਪੋਰਟ 'ਤੇ ਜਾਂ ਵੈਨਕੂਵਰ ਦੇ ਵਿੱਚ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਨਾ ਵਾਪਰੇ? ਸੋ ਭਾਜੀ ਜਦੋਂ ਇਹ ਮਾਰਚ ਵਿੱਚ ਅਸੀਂ ਇਹ ਮੁੱਦੇ ਨੂੰ ਉਠਾਇਆ ਸੀਗਾ, ਅਸੀਂ ਆਪਣੀ ਜਿਹੜੀ ਮਿਨਿਸਟਰੀ ਆ ਸਾਡੀ ਐਸੋਸੀਏਸ਼ਨ ਦੇ ਥਰੂ ਡਾਇਰੈਕਟਲੀ ਵੀ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਵੀ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹੋ ਫਿਜ਼ੀਕਲ ਡਿਸਟੈਂਸਿੰਗ ਦੀ, ਵੀ ਜਿਹੜੀ ਟੈਕਸੀ ਜਿਹੜੀ ਇੱਕ ਵਹੀਕਲ ਆ, ਚਾਹੇ ਕੋਈ ਵਹੀਕਲ ਸੈਡਾਨ ਆ ਜਾਂ ਵੈਨ ਆ, ਉਹ ਇੱਕ ਇਨਕਲੋਜ਼ਡ ਸਪੇਸ ਆ, ਬੰਦ ਜਗ੍ਹਾ। ਉਹਦੇ ਵਿੱਚ ਜਿਹੜਾ ਉਹ 2 ਮੀਟਰ ਦਾ ਜਾਂ 6.25 ਫੁੱਟ ਦਾ ਜਿਹੜਾ ਫਿਜ਼ੀਕਲ ਡਿਸਟੈਂਸਿੰਗ ਆ ਜਾਂ ਸੋਸ਼ਲ ਡਿਸਟੈਂਸਿੰਗ ਆ, ਉਹਨੂੰ ਮੇਨਟੇਨ ਕਰਨਾ ਬਹੁਤ ਮੁਸ਼ਕਿਲ ਆ। ਸੋ ਉਹਦੇ ਵਾਸਤੇ ਫਿਰ BC ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨੇ ਇੱਕ ਡਾਇਰੈਕਟਿਵ, ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਜਿਹਦੇ 'ਚ ਉਹਨਾਂ ਨੇ ਕੁਛ ਸੁਜੈਸ਼ਨਸ ਦਿੱਤੀਆਂ ਵੀ ਕੰਪਨੀਆਂ ਕੀ ਕਰ ਸਕਦੀਆਂ, ਆਪਣੇ ਆਫਿਸਿਸ ਵਿੱਚ ਕੀ ਕਰ ਸਕਦੇ ਹੋ ਤੁਸੀਂ, ਬਾਕੀ ਜਿਹੜੇ ਤੁਹਾਡੇ ਵਹੀਕਲਸ ਆ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਆ। ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਤੁਸੀਂ ਹਰੇਕ ਟ੍ਰਿਪ ਨੂੰ ਜਦੋਂ ਤੁਸੀਂ ਖਤਮ ਹੁੰਦਾ ਉਹਦੇ ਵਿੱਚ ਡਰਾਈਵਰ ਜਿਹੜਾ ਹੈ ਉਹ ਗੱਡੀ ਨੂੰ ਸੈਨੀਟਾਈਜ਼ ਕਰੇ। ਇੱਕ ਜੇ ਫਿਜ਼ੀਕਲ ਬੈਰੀਅਰ ਤੁਸੀਂ ਕੋਈ ਇੰਸਟਾਲ ਕਰ ਸਕਦੇ। ਸੋ ਇਸ ਲਈ ਕਈ ਕਾਰਾਂ ਵਿੱਚ ਉਹ ਅਸੀਂ ਕਈ ਕੰਪਨੀਜ਼ ਨਾਲ ਗੱਲਬਾਤ ਕੀਤੀ। ਉਹ ਦੋ ਉਹਦੀ ਸੋਲਿਊਸ਼ਨ ਆ, ਇੱਕ ਤਾਂ ਤੁਸੀਂ ਇੱਕ ਪੋਲੀਥੀਨ ਦੀ ਸ਼ੀਟ ਤੁਸੀਂ ਲਾ ਸਕਦੇ ਆ ਜਿਹੜੀ ਕਿ ਦੋਨੇ ਸੀਟਾਂ ਜਿਹੜੀਆਂ ਫਰੰਟ ਸੀਟਸ ਔਰ
ਪੈਸੇਂਜਰ ਸੀਟਸ ਦੇ ਗੱਬੇ ਤੁਸੀਂ ਲਾ ਸੈਪਰੇਟ ਦਿਓ, ਕਰਦੀ ਜਾਂ ਪਲੈਕਸੀ ਗਲਾਸ ਦੀ ਸ਼ੀਟ ਵੀ ਲੱਗ ਜਾਂਦੀ ਹੈ। ਔਰ ਉਹਦੇ ਵਿੱਚ ਇੱਕ ਹੋ ਗਿਆ ਵੀ ਤੁਸੀਂ ਫੋਰ ਐਗਜ਼ਾਮਪਲ ਪਿਛਲੀ ਸੀਟ 'ਤੇ ਹੀ ਕਸਟਮਰ ਨੂੰ ਬਿਠਾਉਣਾ, ਮੋਢਲੀ ਸੀਟ 'ਤੇ ਨਾ ਬਿਠਾਓ। ਦੂਸਰਾ ਜਿਹੜਾ ਆਪਣੀ ਜਿੰਨੀ ਤੋਂ ਵੱਧ ਕੋਂਟੈਕਟਲੈਸ ਜਿਹੜੀ ਪੇਮੈਂਟ ਆ ਤੁਸੀਂ ਕਰੋ, ਕੈਸ਼ ਨਾ ਐਕਸੈਪਟ ਕਰੋ। ਜੇ ਤੁਸੀਂ ਜਿਹੜਾ ਹੈਗਾ ਟ੍ਰਾਂਜੈਕਸ਼ਨ ਕੋਈ ਵੀ ਆ ਉਹ ਗੱਡੀ ਤੋਂ ਬਾਹਰ ਹੋ ਕੇ ਅਗਲੇ ਨੂੰ ਆਪਣੀ, ਕਿਉਂ ਸਾਡੇ ਕੋਲ ਜਿਹੜੀ POS ਡਿਵਾਈਸ ਹੁੰਦੀ ਆ ਉਹ ਵਾਇਰਲੈਸ ਆ, ਸੋ ਤੁਸੀਂ ਕਸਟਮਰ ਨੂੰ ਆਪਣੇ ਗਲਵ ਪਾ ਕੇ ਦਿਓ ਔਰ ਉਹ ਆਪਣਾ ਜਿਹੜਾ ਹੈ ਕਾਰਡ ਜਦੋਂ ਯੂਜ਼ ਕਰਨਾ ਆ ਉਹ ਕਰਕੇ ਤੁਹਾਨੂੰ ਦਮੋ। ਔਰ ਉਸ ਤੋਂ ਬਾਅਦ ਰਾਈਟ ਵੇ ਤੁਸੀਂ ਜਿਹੜਾ ਉਹ ਪਿਨ ਪੈਡ ਆ ਉਹਨੂੰ ਤੁਸੀਂ ਸੈਨੀਟਾਈਜ਼ ਕਰੋ। ਔਰ ਹਰੇਕ ਟ੍ਰਿਪ ਤੋਂ ਬਾਅਦ ਆਪਣੀ ਗੱਡੀ ਨੂੰ ਸਾਫ਼ ਰੱਖੋ, ਵਿੰਡੋਜ਼ ਖੋਲ੍ਹ ਕੇ ਰੱਖੋ। ਸੋ ਇਹ ਕੁਛ ਕਾਮਨ ਸੈਂਸ ਜਿਹੜੀਆਂ ਇਹ ਗਾਈਡਲਾਈਨਸ ਆ ਜੇ ਫੋਲੋ ਕਰਦੇ ਉਹਦੇ ਨਾਲ ਰਿਡਿਊਸ ਹੋਏ ਇੱਕਦਮ ਜਿਹੜਾ ਰਿਸਕ ਉਹ ਐਲੀਮੀਨੇਟ ਨਹੀਂ ਹੋ ਸਕਦਾ ਕੋਈ ਵੀ ਇਹੋ ਜਿਹਾ। ਔਰ ਈਵਨ ਫੋਰ ਐਗਜ਼ਾਮਪਲ ਮੈਂ ਕਿਤੇ ਮੇਰੇ ਖਿਆਲ ਡਾਕਟਰ ਭੁਰਜੀ ਤੁਹਾਡੇ ਪ੍ਰੋਗਰਾਮ 'ਤੇ ਦੱਸ ਕੇ ਗਏ ਵੀ ਜਿਹੜਾ N95 ਮਾਸਕ ਆ ਉਹ ਸਿਰਫ 95% ਉਹਦੀ ਐਫੀਸ਼ੀਐਂਸੀ ਹੈ ਡਿਕਰੀਜ਼ ਕਰਨ ਦੀ ਰਿਸਕ ਨੂੰ। ਸੋ 100% ਤਾਂ ਕੋਈ ਵੀ ਚੀਜ਼ ਨਹੀਂ ਹੈਗੀ, ਬਟ ਫਿਰ ਵੀ ਰਿਸਕ ਬਹੁਤ ਆ। ਇਸੇ ਕਰਕੇ ਬਹੁਤੇ ਜ਼ਿਆਦਾ ਡਰਾਈਵਰ ਜਿਹੜੇ ਰਿਸਕ ਪੱਖੋਂ ਹੀ ਆਪਣੀ ਸੇਫਟੀ ਨੂੰ ਮੁੱਖ ਰੱਖਦੇ ਹੋਏ ਘਰੇ ਬੈਠੇ ਜੀ। ਮੇਰਾ ਆਖਰੀ ਸਵਾਲ ਇਹ ਆ ਕਿ ਹੁਣ ਫੈਡਰਲ ਸਰਕਾਰ ਨੇ ਫਰੰਟਲਾਈਨ ਵਰਕਰਸ ਲਈ ਐਸੈਂਸ਼ੀਅਲ ਸਰਵਿਸਿਜ਼ ਲਈ $3 ਬਿਲੀਅਨ ਦਿੱਤਾ, ਅਤੇ ਉਸ ਦੇ ਵਿੱਚ $1 ਬਿਲੀਅਨ ਸੂਬਾ ਸਰਕਾਰ ਨੇ ਪਾਉਣਾ, ਅਤੇ ਉਹ $4 ਬਿਲੀਅਨ ਐਸੈਂਸ਼ੀਅਲ ਸਰਵਿਸਿਜ਼ ਵਾਲਿਆਂ ਨੂੰ ਦਿੱਤੇ ਜਾਣੇ ਨੇ। ਤੁਹਾਡੀ ਟੈਕਸੀ ਇੰਡਸਟਰੀ, ਤੁਸੀਂ ਲੋਕ ਕੋਈ ਇਹੋ ਜਿਹਾ ਉਪਰਾਲਾ ਕਰ ਰਹੇ ਹੋ ਕਿ ਸਰਕਾਰ ਨੂੰ ਅਪਰੋਚ ਕਰਕੇ ਉਹਨਾਂ 'ਚ ਟੈਕਸੀ ਚਾਲਕ ਵੀ ਸ਼ਾਮਲ ਕਰਵਾਏ ਜਾਣ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਸਨ ਜਾਂ ਫਰੰਟ ਲਾਈਨ ਵਰਕਰ ਸਨ? ਉਹਨਾਂ ਦੇ ਵਿੱਚ ਉਦੋਂ ਤਾਂ ਟੈਕਸੀ ਸਰਵਿਸ ਦਾ ਨਾਂ ਆਉਂਦਾ ਸੀ, ਹੁਣ ਜਦੋਂ ਇਹ ਕੁਝ ਕੁ ਬੈਨੀਫਿਟ ਮਿਲਣ ਵਾਲੇ ਨੇ, ਇਹ $4 ਬਿਲੀਅਨ ਡਿਸਟਰੀਬਿਊਟ ਹੋਣਾ ਹੈ, ਉਦੋਂ ਤੁਸੀਂ ਕੋਈ ਯਤਨ ਕੀਤੇ ਕਿ ਉਹ ਟੈਕਸੀ ਚਾਲਕਾਂ ਨੂੰ ਵੀ ਮਿਲਣ? ਸੋ ਭਾਜੀ ਜਿਹੜੀ ਐਸੈਂਸ਼ੀਅਲ ਸਰਵਿਸ ਜਦੋਂ ਡੈਜ਼ਿਗਨੇਸ਼ਨ ਹੋਈ ਆ ਆਪਣੀ ਸਾਡੀ BC ਗਵਰਨਮੈਂਟ ਨੇ ਇੱਕ ਲਿਸਟ ਜਾਰੀ ਕੀਤੀ ਸੀ ਜਿਹਦੇ 'ਚ ਵੇਰੀਅਸ ਸੈਕਟਰਸ ਦੇ ਵਿੱਚ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਆ ਉਹਦਾ ਹੀ ਉਹਨਾਂ ਲਿਸਟ ਬਣਾਈ ਸੀ। ਔਰ ਬਕਾਇਦਾ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਉਹਨਾਂ ਨੇ ਟੈਕਸੀਜ਼ ਔਰ ਰਾਈਡ ਹੀਲਿੰਗ ਸਰਵਿਸਿਜ਼ ਨੂੰ ਐਸੈਂਸ਼ੀਅਲ ਸਰਵਿਸ ਡੈਜ਼ਿਗਨੇਸ਼ਨ ਦਿੱਤੀ ਹੋਈ ਆ। ਔਰ ਸਾਨੂੰ ਪੂਰੀ ਉਮੀਦ ਆ ਵੀ ਜਦੋਂ ਵੀ ਇਹ ਫੰਡਸ ਜੇ ਉਹ ਮੁਹੱਈਆ ਹੁੰਦੇ ਆ, ਜੇ ਡਿਸਟਰੀਬਿਊਟ ਹੁੰਦੇ ਤਾਂ ਟੈਕਸੀ ਕੰਪਨੀਜ਼ ਔਰ ਡਰਾਈਵਰਸ ਨੂੰ ਉਹਨਾਂ ਦੇ ਰਿਸਕ ਮੁਤਾਬਕ ਇਹ ਫੰਡਸ ਮਿਲਣੇ ਚਾਹੀਦੇ ਆ। ਓਬਵੀਅਸਲੀ ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜੇ ਹੈਲਥ ਕੇਅਰ ਵਰਕਰਸ ਸਭ ਤੋਂ ਜ਼ਿਆਦਾ ਰਿਸਕ ਉਹ ਫੇਸ ਕਰਦੇ ਆ, ਬਟ ਅਕੋਰਡਿੰਗਲੀ ਪ੍ਰਪੋਰਸ਼ਨਲ ਤੌਰ 'ਤੇ ਅਸੀਂ ਵੀ ਕਸਟਮਰਸ ਨੂੰ ਚੱਕਦੇ ਹਾਂ, ਲਾਉਂਦੇ ਹਾਂ। ਔਰ ਓਬਵੀਅਸਲੀ ਟਰਾਂਸਮਿਸ਼ਨ ਲੋਕੀ ਆਪਣਾ ਕਰਦੇ ਆ ਆਪਣੇ ਆਪਣੇ ਬਚਾਉਣ ਲਈ, ਬਟ ਫਿਰ ਵੀ ਡਰਾਈਵਰਸ ਨੂੰ ਬਹੁਤ ਜ਼ਿਆਦਾ ਐਕਸਪੋਜਰ ਆ। ਔਰ ਜੇ ਉਹਨਾਂ ਦੀ ਇਨਕਮ ਲੂਜ਼ ਹੋਈ ਆ ਤਾਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੰਪਨਸੇਟ ਜ਼ਰੂਰ ਕੀਤਾ ਜਾਣਾ ਚਾਹੀਦਾ। ਹੁਣ ਇਹ ਕਿੰਨੀਆਂ ਟੈਕਸੀਆਂ ਨੇ ਜਿਹੜੀਆਂ ਪ੍ਰਭਾਵਿਤ ਹੋ ਰਹੀਆਂ ਨੇ ਇਸ ਬਾਉਂਡਰੀਜ਼ ਤੋਂ, ਅਤੇ ਕੀ ਇਹਨਾਂ ਬਾਉਂਡਰੀਜ਼ ਨੂੰ ਮੇਨਟੇਨ ਕਰਨ 'ਚ ਜਾਂ ਇਹਨਾਂ ਨੂੰ ਖ਼ਤਮ ਕਰਨ ਦੇ ਵਿੱਚ ਤੁਹਾਡੀ ਇੰਡਸਟਰੀ ਦੇ ਵਿੱਚ ਇਕਸਾਰਤਾ ਹੈ? ਔਰ ਇਹ ਵੀ ਗੱਲ ਜ਼ਰੂਰ ਦੱਸੋ ਵੀ ਮੇਅਰ ਗ੍ਰੈਗਰ ਰੋਬਰਟਸਨ ਦੇ ਸਮੇਂ ਦੇ ਵਿੱਚ ਕੋਈ ਮਿਊਨਿਸਪਲ ਪੇਮੈਂਟਸ ਵੀ ਕੀਤੀਆਂ ਗਈਆਂ ਸਨ? ਭਾਜੀ ਦੇਖੋ, ਜਿਹੜੀ ਟੈਕਸੀ ਬਾਉਂਡਰੀਜ਼ ਆ ਉਹ 100% ਟੈਕਸੀਜ਼ ਨੂੰ ਪ੍ਰਭਾਵਿਤ ਕਰਦੀਆਂ, ਬਿਕੋਜ਼ ਜਿਹੜੀ ਵੀ ਟੈਕਸੀ ਜਿੱਥੋਂ ਚੱਕਦੀ ਆ ਜੇ ਉਹ ਉੱਥੇ ਬਾਹਰ ਆਪਣੀ ਮਿਊਨਿਸਪੈਲਿਟੀ ਤੋਂ ਟ੍ਰਿਪ ਲਾਉਂਦੇ ਆ ਤਾਂ ਜਦੋਂ ਵਾਪਸ ਆਉਂਦਿਆਂ ਨੂੰ ਜੇ ਉਹਨਾਂ ਨੂੰ ਟ੍ਰਿਪ ਨਹੀਂ ਮਿਲਦਾ ਉਹ ਇੱਕ ਡੈਡ ਟਾਈਮ ਆ, ਡੈਡ ਮਾਈਲੇਜ ਆ, ਔਰ ਉਹਦਾ ਨੁਕਸਾਨ ਉਸ ਪਰਟੀਕੂਲਰ ਟੈਕਸੀ ਡਰਾਈਵਰ ਨੂੰ ਹੋ ਰਿਹਾ। ਜਿਹੜੀਆਂ ਸਕਸੈਸਫੁਲ ਹੁਣ ਅੱਜ ਆਪਾਂ ਐਪਸ ਦੇ ਯੁੱਗ ਵਿੱਚ ਬੈਠੇ ਹਾਂ ਜਿੱਥੇ ਕਿ ਐਪਸ ਦੇ ਥਰੂ ਟ੍ਰਿਪ ਚੱਕੇ ਜਾਂਦੇ ਆ। ਮੈਂ ਐਗਜ਼ਾਮਪਲ ਦਿੰਦਾ ਊਬਰ ਜਾਂ ਲਿਫਟ ਦੀ, ਤੁਸੀਂ ਕਹਿ ਲਓ ਉਹ ਕਿਉਂ ਕਾਮਯਾਬ ਆ? ਬਿਕੋਜ਼ ਉਹਨਾਂ ਦੇ ਪਲੇਟਫਾਰਮ ਦੇ ਥਰੂ ਜਿੱਥੋਂ ਵੀ ਡਰਾਈਵਰ ਚੱਕਦਾ, ਜਿੱਥੇ ਉਹ ਲਾਉਂਦਾ, ਉੱਥੇ ਉਹਨੂੰ ਲਾਉਂਦੇ ਨੂੰ ਉਹਨਾਂ ਨੂੰ ਐਕਸੈਸ ਹੈ, ਉਹਨਾਂ ਨੂੰ ਕੋਈ ਬਾਉਂਡਰੀ ਦੀ ਰਿਸਟ੍ਰਿਕਸ਼ਨ ਨਹੀਂ, ਔਰ ਉਹਨਾਂ ਨੂੰ ਖਾਲੀ ਵਾਪਸ ਨਹੀਂ ਆਉਣਾ ਪੈਂਦਾ। ਉਹਨਾਂ ਕੋਲ ਜਿੱਥੇ ਉਹ ਜ਼ੋਨ 'ਚ ਜਿੱਥੇ ਵੀ ਨਹੀਂ ਲਾਇਆ, ਜੇ ਉੱਥੇ ਕੋਈ ਟ੍ਰਿਪ ਹੈ ਔਰ ਉਹ ਉਹਦੇ ਲਾਗੇ ਆ ਤਾਂ ਉਹਨਾਂ ਨੂੰ ਟ੍ਰਿਪ ਮਿਲ ਸਕਦਾ। ਸਾਡੇ ਵਾਸਤੇ ਸਾਡੇ ਹੱਥ ਬੰਨੇ ਹੋਏ ਰੈੱਡ ਟੇਪ ਨਾਲ ਸਾਨੂੰ ਇਹ ਕਿਹਾ ਜਾਂਦਾ ਨਹੀਂ ਜੀ ਤੁਸੀਂ ਇੱਥੋਂ ਅੱਧਾ ਪੌਣਾ ਘੰਟਾ ਵਾਪਸ ਖਾਲੀ ਜਾਓ, ਤੁਸੀਂ ਇੱਥੋਂ ਟ੍ਰਿਪ ਨਹੀਂ ਚੱਕ ਸਕਦੇ। ਲਿਹਾਜ਼ਾ ਹੋ ਸਕਦਾ ਵੀ ਲੋਕਲ ਟੈਕਸੀ ਉੱਥੇ ਨਾ ਹੋਵੇ, ਪਰ ਜੇ ਬਾਹਰਲੀ ਮਿਊਨਿਸਪੈਲਿਟੀ ਤੋਂ ਟੈਕਸੀ ਲਾਉਣ ਆ ਰਹੀ ਆ ਔਰ ਲਾਗੇ ਉਹਦੇ ਕਸਟਮਰ ਬੈਠਾ, ਉਹਨੂੰ ਉਹ ਸਰਵਿਸ ਨਹੀਂ ਮਿਲ ਰਹੀ ਔਰ ਉਹਦੇ ਨਾਲ ਕਸਟਮਰ ਸਰਵਿਸ 'ਤੇ ਬਹੁਤ ਵੱਡਾ ਪ੍ਰਭਾਵ ਪੈਂਦਾ। ਔਰ ਇਹਦਾ ਓਵਰਆਲ ਇੰਪੈਕਟ ਟੈਕਸੀ ਇੰਡਸਟਰੀ 'ਤੇ ਸ਼ੁਰੂ ਪਿਛਲੇ 20-25 ਸਾਲ ਤੋਂ ਕਾਫੀ ਪੈ ਰਿਹਾ। ਔਰ ਜੇ ਇਸ ਚੀਜ਼ ਨੂੰ ਕਰੈਕਟ ਨਹੀਂ ਕੀਤਾ ਗਿਆ ਗਾਂਹ ਵੀ ਇੱਦਾਂ ਪੈਂਦਾ ਰਹਿਣਾ। ਔਰ ਇਸੇ ਕਰਕੇ ਕਿਉਂਕਿ ਹੁਣ ਇੰਡਸਟਰੀ ਨੂੰ ਬਹੁਤ ਜ਼ਿਆਦਾ ਧੱਕਾ ਲੱਗਾ ਕੋਵਿਡ-19 ਨਾਲ ਔਰ ਇਹਦੇ ਸਰਵਾਈਵਲ ਦੀ ਇਸ਼ੂ ਆ। ਇਸੇ ਕਰਕੇ ਅਸੀਂ ਪ੍ਰੀਮੀਅਰ ਸਾਹਿਬ ਨੂੰ ਔਰ ਮਿਨਿਸਟਰ ਟਰਵੇਨਾ ਨੂੰ ਚਿੱਠੀ ਲਿਖੀ ਹੈ ਵੀ ਜੀ ਪਲੀਜ਼ ਇਹ ਜਿਹੜੀ ਰੈੱਡ ਟੇਪ ਆ ਇਹਨੂੰ ਰਿਮੂਵ ਕਰੋ ਤਾਂ ਕਿ ਜਿਹੜੀ ਇੰਡਸਟਰੀ ਦੀ ਲੌਂਗ ਟਰਮ ਵਾਇਬਿਲਿਟੀ ਉਹਨੂੰ ਅਸੀਂ ਸਿਕਿਉਰ ਕਰ ਸਕੀਏ। ਸੋ ਇਹਨਾਂ ਬਾਉਂਡਰੀਜ਼ ਨੂੰ ਰੱਖਣ ਲਈ, ਕਾਇਮ ਰੱਖਣ ਲਈ
ਗ੍ਰੈਗ ਰੌਬਰਟਸਨ ਜਿਹੜੇ ਪਹਿਲਾਂ ਮੇਅਰ ਸਨ, ਉਹਨਾਂ ਦੇ ਸਮੇਂ 'ਚ, ਉਹਨਾਂ ਦੇ ਰਾਜਕਾਲ ਦੇ ਵਿੱਚ ਕੋਈ ਪੇਮੈਂਟਸ ਵੀ ਕੀਤੀਆਂ ਗਈਆਂ? ਭਾਜੀ ਮੈਨੂੰ ਨਹੀਂ ਪਤਾ, ਮੈਂ ਆਪ ਜੀ ਨੂੰ ਦੱਸਦਾ ਵੀ ਅਸੀਂ ਹੈਗੇ ਆ ਨਾਰਥ ਵੈਨਕੂਵਰ ਵਿੱਚ, ਔਰ ਅਸੀਂ BC ਟੈਕਸੀ ਐਸੋਸੀਏਸ਼ਨ ਦੇ ਮੈਂਬਰ ਹਾਂ। ਅਸੀਂ ਕਿਸੇ ਨੂੰ ਕੋਈ ਪੇਮੈਂਟ ਨਹੀਂ ਦਿੱਤੀ। ਜੇ ਕਿਸੇ ਕੋਈ ਲੋਕਲ ਟੈਕਸੀ ਕੰਪਨੀ ਨੇ ਆਪਣੇ ਲੋਕਲ ਮੇਅਰਸ ਨੂੰ ਕੋਈ ਡੋਨੇਸ਼ਨ ਕੀਤੀ ਹੋਵੇ, ਇਹ ਉਹੀ ਦੱਸ ਸਕਦੇ ਜੀ। ਸੋ ਮੇਰੇ ਕੋਲ ਇਹਦੇ ਬਾਰੇ ਕੋਈ ਨੌਲੇਜ ਨਹੀਂ ਭਾਜੀ, ਆਮ ਸੌਰੀ। ਤੇ ਕਿੰਨੇ ਟ੍ਰਿਪਸ ਨੇ ਜਿਹੜੇ ਹੁਣ ਖਾਲੀ ਆ ਰਹੇ ਨੇ, ਜਿਹੜੇ ਲੈ ਕੇ ਜਾਂਦੇ ਆ ਪਰ ਜਿੱਥੇ ਬਾਉਂਡਰੀਜ਼ ਹੈ ਨੇ ਉੱਥੋਂ ਚੁੱਕ ਨਹੀਂ ਸਕਦੇ? ਕੋਈ ਡਾਟਾ ਹੈ ਇਸ ਦੇ ਬਾਰੇ, ਕੋਈ ਨੰਬਰਸ ਹੈਗੇ? ਭਾਜੀ ਨੰਬਰ ਤੁਹਾਨੂੰ ਮੈਂ ਦੱਸਦਾ ਵੀ ਜੇ ਤੁਹਾਨੂੰ ਉਸ ਏਰੀਏ ਤੋਂ ਡਿਸਪੈਚ ਟ੍ਰਿਪ ਵਾਪਸ ਨਹੀਂ ਹੁੰਦਾ ਤਾਂ 100% ਟ੍ਰਿਪ ਤੁਹਾਡੇ ਖਾਲੀ ਆ ਰਹੇ। ਪਰ ਕਿੰਨੀਆਂ ਟੈਕਸੀਆਂ ਨੇ ਜਿਹੜੀਆਂ ਜਾਂਦੀਆਂ ਨੇ ਤੇ ਉੱਥੋਂ ਇੱਕ ਪਾਸੇ ਦੀ ਸਵਾਰੀ ਛੱਡ ਕੇ ਮੁੜੇ ਆਉਂਦੀਆਂ ਨੇ ਖਾਲੀ? ਸੋ ਫॉर ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਭਾਜੀ ਵੀ ਸਨਸ਼ਾਈਨ ਕੈਬਸ ਵਿੱਚ ਸਾਡੇ ਮੰਨ ਲਓ ਜੇ ਐਗਜ਼ਾਮਪਲ ਦੇ ਤੌਰ ਤੇ ਜੇ 100 ਟ੍ਰਿਪ ਡਿਸਪੈਚ ਹੁੰਦਾ ਤੇ ਉਹਦੇ ਵਿੱਚੋਂ ਤਕਰੀਬਨ 50 to 60% ਜਿਹੜੇ ਟ੍ਰਿਪ ਆ ਉਹ ਬਾਹਰ ਨੂੰ ਜਾਂਦੇ ਆ, ਚਾਹੇ ਏਅਰਪੋਰਟ ਨੂੰ ਜਾ ਰਹੇ ਆ, ਚਾਹੇ ਉਹ ਵੈਨਕੂਵਰ ਨੂੰ ਜਾ ਰਹੇ ਆ, ਚਾਹੇ ਬਰਨਬੀ ਨੂੰ ਜਾ ਰਹੇ ਆ, ਜਾਂ ਕੁਕਟਲਮ ਨੂੰ ਜਾ ਰਹੇ ਆ। ਸੋ ਟੈਕਸੀਆਂ ਨੂੰ ਜਿਹੜੇ ਬਹੁਤ ਜ਼ਿਆਦਾ ਟ੍ਰਿਪ ਜਿਹੜੇ ਆ ਉਹ ਆਊਟ ਆਫ ਟਾਊਨ ਹੀ ਹੁੰਦੇ ਆ। ਅੱਧ ਤੋਂ ਵੱਧ ਸਾਡੇ ਜਿਹੜੇ ਟ੍ਰਿਪਸ ਹੈਗੇ ਉਹ ਬਾਹਰ ਨੂੰ ਜਾਂਦੇ ਜੀ, ਔਰ ਤਕਰੀਬਨ ਸਾਰੀਆਂ ਕਾਰਾਂ ਖਾਲੀ ਕਰ ਰਹੀਆਂ। ਗੁਰਦੀਪ ਸਿੰਘ ਸੋਹਤਾ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਟਾਈਮ ਦੇਣ ਲਈ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।